ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਵਿਚਾਰ ਕਰਾਂਗੇ ਕਿ ਰਾੜੇ ਦੀ ਢੱਕੀ ਤੋਂ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੀ ਰਚਨਾ, ਡੇਰੇ ਦੀ ਰਚਨਾ ਕਿਵੇਂ ਸ਼ੁਰੂ ਹੋਈ। ਦਿਨ ਬ ਦਿਨ ਸੰਗਤਾਂ ਦਾ ਇਕੱਠ ਹੋਣ ਲੱਗਾ, ਪਰ ਲੰਗਰ ਦੇ ਰਾਸ਼ਨ ਵਾਸਤੇ ਅਤੇ ਮੀਂਹ ਕਣੀ ਵਿੱਚ ਸੰਗਤਾਂ ਦੇ ਆਰਾਮ ਲਈ ਕੋਈ ਛੱਤੀ ਜਗ੍ਹਾ ਨਹੀਂ ਸੀ। ਛੋਟੇ ਸੰਤ ਜੀ ਮਹਾਰਾਜ ਜੀ ਨੂੰ ਕੁਝ ਮੁਖੀ ਸਿੱਖਾਂ ਨੇ ਬੇਨਤੀ ਕੀਤੀ ਕਿ ਗਰੀਬ ਨਵਾਜ਼ ਹੁਣ ਕੁਝ ਛੱਪਰੀਆਂ ਜਾਂ ਕਮਰੇ ਬਣਨੇ ਚਾਹੀਦੇ ਹਨ। ਉਹਨਾਂ ਵੱਡੇ ਮਹਾਂਪੁਰਸ਼ਾਂ ਨਾਲ ਸਲਾਹ ਕੀਤੀ ਕਿ ਸੰਗਤ ਦਾ ਖਿਆਲ ਹੈ ਕੁਝ ਕਮਰੇ ਜਾਂ ਛੱਪਰੀਆਂ ਤਿਆਰ ਕਰ ਲਈਏ। ਇਹ ਦੋਵੇਂ ਮਹਾਂਪੁਰਸ਼ ਪ੍ਰਵਿਰਤੀ ਦੇ ਝੰਜਟ ਤੋਂ ਬੜਾ ਹੀ ਸੰਕੋਚ ਕਰਦੇ ਸਨ, ਪਰ ਜੋ ਪਿਛਲੀ ਪ੍ਰਾਰਬਧ ਹੈ ਉਹ ਕਿਵੇਂ ਨਾ ਫਲ ਦੇਵੇ। ਫੁਰਨੇ ਤੋਂ ਬਗੈਰ ਹੀ ਪ੍ਰਾਰਬਧ ਨੇ ਪਦਾਰਥ ਅੱਗੇ ਲਿਆ ਰੱਖਣੇ ਹਨ। ਪਰ ਵੱਡੇ ਸੰਤ ਜੀ ਮਹਾਰਾਜ ਦਾ, ਹਜ਼ੂਰ ਮਹਾਰਾਜ ਜੀ ਦਾ ਇਹੀ ਖਿਆਲ ਸੀ ਕਿ ਪ੍ਰਵਿਰਤੀ ਦੇ ਝੰਜਟ ਤੋਂ ਸੁਤੰਤਰ ਰਹਿ ਕੇ ਇਹੋ ਜਿਹੀ ਨਵੇਕਲੀ ਤੇ ਇਕਾਂਤ ਜਗ੍ਹਾ ਵਿੱਚ ਬੰਦਗੀ ਹੀ ਕਰਨੀ ਹੈ। ਪਰ ਛੋਟੇ ਸੰਤ ਜੀ ਮਹਾਰਾਜ ਨੇ ਜਦੋਂ ਸੰਗਤ ਦੀ ਬੇਨਤੀ ਦੱਸੀ ਤਾਂ ਭੂਤ ਭਵਿੱਖਤ ਦੇ ਗਿਆਤ ਅੰਤਰਜਾਮੀ ਦਾਤਾ ਜੀ ਨੇ ਕਈ ਕਾਰਨਾਂ ਨੂੰ ਲੈ ਕੇ ਲੋੜ ਅਨੁਸਾਰ ਮਾਮੂਲੀ ਜਿਹੀਆਂ ਛੱਪਰੀਆਂ ਬੰਨ੍ਹ ਲੈਣ ਦੀ ਮਨਜ਼ੂਰੀ ਬਖਸ਼ ਦਿੱਤੀ ਅਤੇ ਨਾਲ ਹੀ ਆਖਿਆ, ਗੁਰ ਭਾਈ ਇਹ ਤੁਸਾਂ ਨੇ ਅੱਗੇ ਹੋ ਕੇ ਬੇਨਤੀ ਕੀਤੀ ਹੈ, ਹੁਣ ਇਸ ਕੰਮ ਨੂੰ ਸੰਭਾਲੋ ਵੀ ਤੁਸੀਂ ਆਪ ਹੀ। ਅਸੀਂ ਤਾਂ ਕੇਵਲ ਪਰਮੇਸ਼ਰ ਦਾ ਸਿਮਰਨ ਹੀ ਕਰਨਾ ਕਰਾਉਣਾ ਤੇ ਮਹਾਂਪੁਰਸ਼ਾਂ ਦੇ ਹੁਕਮ ਦੀ ਪਾਲਣਾ ਕਰਨੀ ਹੈ। ਤੁਸੀਂ ਖੁਦ ਮਾਲਕ ਹੋ। ਅਸੀਂ ਤੁਹਾਡੇ ਕਿਸੇ ਵੀ ਕੰਮ ਵਿੱਚ ਚਾਹੇ ਘਟਾਓ ਚਾਹੇ ਵਧਾਓ ਦਖਲ ਨਹੀਂ ਦੇਵਾਂਗੇ। ਸਾਰੇ ਉਸੇ ਤਰ੍ਹਾਂ ਹੀ ਤੁਹਾਡੇ ਤੇ ਸ਼ਰਧਾ ਰੱਖਣਗੇ ਤੇ ਹੁਕਮ ਮੰਨਣਗੇ। ਸਾਡਾ ਖਜ਼ਾਨਾ ਤੁਹਾਡਾ ਹੈ, ਤੁਹਾਡਾ ਖਜ਼ਾਨਾ ਸਾਡਾ ਹੈ। ਇਸ ਵਿੱਚ ਕੋਈ ਵੀ ਭੇਦਭਾਵ ਨਹੀਂ ਹੋਵੇਗਾ। ਏਕ ਜੋਤ ਦੋਇ ਮੂਰਤੀ, ਜਿਵੇਂ ਗੁਰਬਾਣੀ ਦਾ ਵੀ ਫਰਮਾਨ ਹੈ। ਜੋ ਬਚਨ ਵੱਡੇ ਮਹਾਰਾਜ ਜੀ ਨੇ ਆਪਣੇ ਤਾਈਂ ਕਹੇ ਸਨ, ਅਸੀਂ ਦੋਹਾਂ ਨੇ ਇੱਕ ਰੂਪ ਹੋ ਕੇ ਉਹਨਾਂ ਦੀ ਹੀ ਪਾਲਣਾ ਕਰਨੀ ਹੈ। ਉਹਨਾਂ ਨੇ ਕਿਹਾ ਸੀ, ਤੁਸੀਂ ਦੋਵੇਂ ਕਦੇ ਵੀ ਇੱਕ ਦੂਜੇ ਤੋਂ ਦੂਰ ਰਹਿਣ ਜਾਂ ਅਲੈਦਗੀ ਰੱਖਣ ਦੀ ਕੋਸ਼ਿਸ਼ ਨਹੀਂ ਕਰਨੀ। ਇੱਕ ਤਾਂ ਇੱਕ ਹੀ ਹੈ, ਪਰ ਇੱਕ ਤੇ ਇੱਕ 2 ਏਕ 11 ਬਣ ਜਾਂਦੇ ਹਨ। ਸੋ ਤੁਸੀਂ ਫੌਜ ਵਿੱਚ ਨੌਕਰੀ ਕੀਤੀ ਹੈ, ਇਸ ਕੰਮ ਨੂੰ ਚੰਗੀ ਤਰ੍ਹਾਂ ਸੰਭਾਲ ਸਕਦੇ ਹੋ। ਅਸੀਂ ਵੀ ਹਰ ਤਰ੍ਹਾਂ ਕਰਕੇ ਤੁਹਾਡੇ ਨਾਲ ਹੀ ਹਾਂ, ਪਰ ਜ਼ਿੰਮੇਵਾਰੀ ਸਾਰੀ ਤੁਹਾਡੀ ਹੋਵੇਗੀ। ਇਉਂ ਅਸਥਾਨ ਦੀ ਸਾਰੀ ਜ਼ਿੰਮੇਵਾਰੀ ਛੋਟੇ ਸੰਤ ਜੀ ਮਹਾਰਾਜ ਦੇ ਜ਼ਿੰਮੇ ਸੌਂਪ ਦਿੱਤੀ। ਆਪ ਤਾਂ ਪਹਿਲਾਂ ਵਾਂਗ ਅਸੰਗ ਤੇ ਨਿਰਲੇਪ ਰਹਿ ਕੇ ਜੀਵਨ ਮੁਕਤੀ ਦਾ ਆਨੰਦ ਮਾਣਦੇ ਰਹੇ। ਛੋਟੇ ਸੰਤ ਜੀ ਮਹਾਰਾਜ ਵੀ ਮਨ ਕਰਕੇ ਪ੍ਰਵਿਰਤੀ ਦੇ ਪਸਾਰੇ ਤੋਂ ਸਦੀਵੀ ਨਿਰਲੇਪ ਰਹੇ। ਉਹਨਾਂ ਦੇ ਸੰਕਲਪ ਨਾਲ ਸੁੱਤੇ ਹੀ ਪ੍ਰਾਰਬਧ ਨੇ ਥੋੜੇ ਦਿਨਾਂ ਵਿੱਚ ਸੁੰਦਰ ਰਚਨਾ ਬਣਾ ਦਿੱਤੀ। ਸਭ ਤੋਂ ਪਹਿਲਾਂ ਇੱਟ ਬਾਲੇ ਦੀ ਛੱਤ ਪਾ ਕੇ 12 ਫੁੱਟ ਲੰਮਾ 12 ਫੁੱਟ ਚੌੜਾ ਕਮਰਾ ਤਿਆਰ ਹੋਇਆ। ਉਸ ਦੇ ਅੱਗੇ ਥੰਮਿਆਂ ਬਗੈਰ ਪਾਈਪਾਂ ਤੇ ਟੀਨ ਦਾ ਵਰਾਂਡਾ ਪਾਇਆ ਗਿਆ। ਦੋਹਾਂ ਮਹਾਂਪੁਰਸ਼ਾਂ ਨੇ ਇਸ ਦੇ ਅੰਦਰ ਭੂਮਾਸਣ ਹੀ ਰਿਹਾਇਸ਼ ਰੱਖ ਲਈ। ਫਿਰ ਬਾਰਿਸ਼ ਵਿੱਚ ਸਮਾਨ ਰੱਖਣ ਵਾਸਤੇ ਟੀਨ ਦੀਆਂ ਚਾਦਰਾਂ ਦਾ ਲੰਗਰ ਬਣ ਗਿਆ। ਉਪਰੰਤ 12 ਫੁੱਟ ਮੁਰੱਬਾ ਪੱਕਾ ਗੁਰੂ ਮਹਾਰਾਜ ਦਾ ਪ੍ਰਕਾਸ਼ ਅਸਥਾਨ ਬਣਿਆ। ਫਿਰ ਕੈਂਚੀਆਂ ਦੀ ਛੱਤ ਪਾ ਕੇ 35 ਫੁੱਟ ਲੰਮਾ 30 ਫੁੱਟ ਚੌੜਾ, ਜਿਸ ਦੇ 3 ਪਾਸੇ 10 ਫੁੱਟ ਚੌੜਾ ਬਰਾਂਡਾ ਸੀ, ਗੁਰੂ ਅਸਥਾਨ ਤਿਆਰ ਕੀਤਾ। ਫਿਰ ਸੰਗਤਾਂ ਨੇ ਅਰਜ਼ ਕਰਕੇ ਵੱਡੇ ਸੰਤ ਜੀ ਮਹਾਰਾਜ ਦੀ ਰਿਹਾਇਸ਼ ਵਾਸਤੇ ਇੱਕ 10 ਫੁੱਟ ਮੁਰੱਬਾ ਪੱਕਾ ਭੋਰਾ ਬਣਾ ਦਿੱਤਾ। ਠੰਡਾ ਰਹਿਣ ਵਾਸਤੇ ਉੱਪਰ ਛੱਪਰ ਪਾਇਆ ਗਿਆ। ਇਸੇ ਤਰ੍ਹਾਂ ਇੱਕ ਸਮੇਂ ਇਕਾਂਤ ਅਸਥਾਨ ਵਿੱਚ ਬੈਠਿਆਂ ਦੇਖ ਕੇ ਦੋਨਾਂ ਮਹਾਂਪੁਰਸ਼ਾਂ ਪਾਸ ਇਲਾਕੇ ਦੀ ਸੰਗਤ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਆਪ ਸੁਬਾਹ ਸ਼ਾਮ ਤਾਂ ਕੀਰਤਨ ਵਿੱਚ ਦਰਸ਼ਨ ਬਖਸ਼ਦੇ ਹੋ, ਪਰ ਹੋਰ ਦਿਨ ਦਾ ਸਾਰਾ ਸਮਾਂ ਢੱਕ ਵਿੱਚ ਅਲੋਪ ਹੋਏ ਬੰਦਗੀ ਵਿੱਚ ਜੁੜੇ ਰਹਿੰਦੇ ਹੋ। ਬਾਹਰੋਂ ਆਏ ਮਾਈ ਭਾਈ ਦਰਸ਼ਨ ਨਹੀਂ ਕਰ ਸਕਦੇ, ਨਾ ਹੀ ਹਜ਼ੂਰ ਦੀ ਪਾਵਨ ਰਸਨਾ ਤੋਂ ਅਮੋਲਕ ਬਚਨ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ। ਆਪ ਕਿਰਪਾ ਕਰਕੇ ਮਹੀਨੇ ਵਿੱਚ ਕੋਈ ਜੋੜ ਮੇਲਾ ਨਿਯਤ ਕਰੋ, ਜਿਸ ਦਿਨ ਸਾਰੇ ਹੀ ਪ੍ਰੇਮੀ ਪੁੱਜ ਕੇ ਅੰਮ੍ਰਿਤਮਈ ਬਚਨਾਂ ਤੇ ਕੀਰਤਨ ਦਾ ਲਾਭ ਪ੍ਰਾਪਤ ਕਰ ਸਕਣ ਅਤੇ ਆਪ ਜੀ ਦਾ ਵੀ ਸੰਗਤ ਨੂੰ ਖੁੱਲ੍ਹਾ ਦੀਦਾਰ ਹੋ ਜਾਇਆ ਕਰੇ। ਸੰਤ ਜੀ ਮਹਾਰਾਜ ਨੇ ਇਹਨਾਂ ਮੁਖੀ ਸੱਜਣਾ ਦੀ ਬੇਨਤੀ ਵੱਲ ਧਿਆਨ ਦਿੱਤਾ। ਫਿਰ ਪਰਮੇਸ਼ਰ ਦੀ ਆਗਿਆ ਨਾਲ ਜੋ ਅੱਗੇ ਭਾਰਤ ਦੇ ਕੋਨੇ-ਕੋਨੇ ਤੇ ਜਾ ਕੇ ਬਲਕਿ ਬਾਹਰਲੇ ਟਾਪੂਆਂ ਵਿੱਚ ਨਾਮ ਅੰਮ੍ਰਿਤ ਦੀ ਵਰਖਾ ਕਰਨੀ ਹੈ, ਉਸ ਨੂੰ ਅਨੁਭਵ ਕਰਕੇ ਹਰੇਕ ਮਹੀਨੇ ਦੀ ਸੰਗਰਾਂਦ ਤੋਂ ਪਹਿਲੀ ਰਾਤ ਅਤੇ ਪੂਰਨਮਾਸ਼ੀ ਦਿਨ ਆਉਣ ਵਾਲੀ ਪਹਿਲੀ ਰਾਤ ਮਹੀਨੇ ਵਿੱਚ ਇਹ 2 ਜੋੜ ਮੇਲੇ ਨਿਯਤ ਕਰ ਲਏ। ਇਹਨਾਂ ਦੋਹਾਂ ਦਿਨਾਂ 'ਚ ਹਜ਼ਾਰਾਂ ਹੀ ਪ੍ਰੇਮੀ ਪੁੱਜ ਕੇ ਲਾਭ ਪ੍ਰਾਪਤ ਕਰਿਆ ਕਰਦੇ। ਫਿਰ ਸਰਦੀਆਂ ਵਿੱਚ ਦੀਵਾਨ ਲਗਾਉਣ ਵਾਸਤੇ 30 ਫੁੱਟ ਮੁਰੱਬਾ ਇੱਕ ਵੱਡਾ ਛੱਪਰ ਤਿਆਰ ਕੀਤਾ ਗਿਆ। ਇਸ ਵਿੱਚ ਜੋੜ ਮੇਲੇ ਨੂੰ ਦੀਵਾਨ ਵੀ ਸਜਿਆ ਕਰਦਾ ਸੀ। ਫਿਰ ਇੱਟ ਬਾਲੇ ਦੀ ਛੱਤ ਤੇ 11 ਕਮਰੇ ਪਾਏ ਗਏ।
ਜਿਉਂ-ਜਿਉਂ ਸੰਗਤ ਦੀ ਆਵਾਜਾਈ ਵੱਧਦੀ ਗਈ ਤਿਵੇਂ-ਤਿਵੇਂ ਕਮਰੇ ਤੇ ਲੰਗਰ ਦੀ ਰਚਨਾ ਹੁੰਦੀ ਗਈ। ਉਪਰੰਤ 10 ਫੁੱਟ ਲੰਮਾ 12 ਫੁੱਟ ਚੌੜਾ ਬਰਾਂਡੇ ਸਮੇਤ ਕੱਚੀਆਂ ਕੰਧਾਂ ਤੇ ਲੰਗਰ ਤਿਆਰ ਕੀਤਾ ਗਿਆ। ਭਜਨ ਸਿਮਰਨ ਕਰਨ ਵਾਲੇ ਮਹਾਪੁਰਸ਼ਾਂ ਵਾਸਤੇ 14 ਛੱਪਰੀਆਂ ਬਣਾਈਆਂ ਗਈਆਂ, ਜਿਸ ਵਿੱਚੋਂ ਇਕੱਲੇ ਸੱਜਣ ਨੇ ਜੋ ਭਜਨ ਸਿਮਰਨ ਦਾ ਸ਼ੌਂਕ ਰੱਖਦੇ ਸਨ, ਉਹਨਾਂ ਸਾਰੇ ਰਹਿਣ ਵਾਲੇ ਮਹਾਪੁਰਖਾਂ ਨੇ, ਪ੍ਰੇਮੀਆਂ ਨੇ ਮੌਨ ਧਾਰਨ ਕਰ ਲਿਆ। ਇਸ ਜਗ੍ਹਾ ਦਾ ਨਾਮ ਪੰਚਵਟੀ ਰੱਖਿਆ। ਜਿਵੇਂ ਪੰਚਵਟੀ ਤੇ ਤਿਆਗੀ ਵਿਰਕਤ ਰਿਸ਼ੀਆਂ ਦਾ ਵਾਸਾ ਸੀ, ਉਸੇ ਤਰ੍ਹਾਂ ਹੀ ਇੱਥੇ ਭਜਨਾਨੰਦੀ ਸਾਧੂ ਰਹਿਣ ਲੱਗੇ। ਹੁਣ ਦੇਖੋ, ਜੇ ਅੱਜ ਵੀ ਆਪਾਂ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦਰਸ਼ਨ ਕਰਨ ਜਾਂਦੇ ਹਾਂ, ਉਹਨਾਂ ਮਹਾਂਪੁਰਖਾਂ ਦੀ ਕਮਾਈ ਅੱਜ ਵੀ ਉਵੇਂ ਜਿਵੇਂ ਵਰਤ ਰਹੀ ਹੈ। ਮੌਜੂਦਾ ਮਹਾਂਪੁਰਖ ਸ਼੍ਰੀਮਾਨ ਸਤਿਕਾਰਯੋਗ ਸੰਤ ਮਹਾਰਾਜ ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਉਸੇ ਤਰ੍ਹਾਂ ਦਿਨੋਂ ਦਿਨ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਦੀ ਰਚਨਾ ਵੱਧਦੀ ਹੀ ਜਾ ਰਹੀ ਹੈ। ਸਾਰੀਆਂ ਆਧੁਨਿਕ ਫੈਸਿਲਿਟੀਆਂ ਵੀ ਉੱਥੇ ਮੌਜੂਦ ਨੇ।